प्यारे विद्यार्थियों, ਗਿਆਨੀ ਦਾ ਪਹਿਲਾ ਪੇਪਰ ਤੁਸੀਂ ਪੜ੍ਹਨ ਜਾ ਰਹੇ ਹੋ। ਇਸ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪੇਪਰ ਦੇ ਦੋ ਹਿੱਸੇ ਨੇ, ਊੜਾ ਭਾਗ ਅਤੇ ਆੜਾ ਭਾਗ। ਊੜਾ ਭਾਗ ਦੇ ਵਿੱਚ ਅਸੀਂ ਤੁਹਾਨੂੰ ਸਾਹਿਤ ਕੀ ਹੈ, ਸਾਹਿਤ ਨੂੰ ਪਰਿਭਾਸ਼ਿਤ ਕਿੱਦਾਂ ਕੀਤਾ ਜਾ ਸਕਦਾ ਹੈ, ਉਸ ਦੀ ਪ੍ਰਕਿਰਤੀ, ਪ੍ਰਯੋਜਨ ਅਤੇ ਤੱਤ ਕਿਹੜੇ-ਕਿਹੜੇ ਹੈ, ਇਹਨਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਜਿਸ ਪ੍ਰਕਾਰ ਕੋਈ ਵਿਦਿਆਰਥੀ ਮਨੋਵਿਗਿਆਨ, ਅਰਥ ਸ਼ਾਸਤਰ, ਕਮਰਸ ਜਾਂ ਫਿਜ਼ਿਕਸ ਪੜ੍ਹਦਾ ਹੈ ਤਾਂ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਉਸ ਨੂੰ ਉਸ ਪੜ੍ਹਾਈ ਦੇ ਵਿੱਚੋਂ ਮਿਲਦੀ ਹੈ। ਫਿਜ਼ਿਕਸ ਪੜ੍ਹਨ ਵਾਲਾ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਸਾਡੇ ਜਿਹੜੇ ਪਦਾਰਥ ਹੈ ਉਹ ਕਿਸ ਪ੍ਰਕਾਰ ਕੰਮ ਕਰਦੇ ਹੈ, ਊਰਜਾ ਕਿਵੇਂ ਪੈਦਾ ਹੁੰਦੀ ਹੈ, ਬ੍ਰਹਿਮੰਡ ਕਿਵੇਂ ਚੱਲਦਾ ਹੈ। ਕਮਰਸ ਦਾ ਵਿਦਿਆਰਥੀ ਇਹ ਸਿੱਖਦਾ ਹੈ ਕਿ ਵਣਜ ਜਾਂ ਵਪਾਰ ਕਿਸ ਪ੍ਰਕਾਰ ਕੀਤਾ ਜਾਂਦਾ ਹੈ। ਇਕਨੋਮਿਕਸ ਦਾ ਵਿਦਿਆਰਥੀ ਸਾਡੇ ਅਰਥਚਾਰੇ ਦੇ ਸਿਧਾਂਤਾਂ ਦੀ ਗੱਲ ਕਰਦਾ ਹੈ। ਇਸੇ ਪ੍ਰਕਾਰ ਮਨੋਵਿਗਿਆਨ ਦਾ ਜਿਹੜਾ ਵਿਦਿਆਰਥੀ ਹੈ ਉਸ ਨੂੰ ਦੱਸਿਆ ਜਾਂਦਾ ਹੈ ਕਿ ਮਨੁੱਖੀ ਮਨ ਹੈ ਜਿਹੜਾ, ਇਹਦੀਆਂ ਕਿੰਨੀਆਂ ਪਰਤਾਂ ਹੈ, ਉਹ ਕਿਸ ਪ੍ਰਕਾਰ ਕੰਮ ਕਰਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇਹਨਾਂ ਵਿਸ਼ਿਆਂ ਵਿੱਚ ਸਮਝਣ ਨੂੰ ਮਿਲਦੀਆਂ। ਇਸ ਰੂਪ ਦੇ ਵਿੱਚ ਹੀ ਸਾਹਿਤ ਦਾ ਆਪਣਾ ਪ੍ਰਕਾਰਜ ਤੇ ਆਪਣਾ ਪ੍ਰਯੋਜਨ ਹੈ। ਜੋ ਵਿਅਕਤੀ ਸਾਹਿਤ ਨੂੰ ਪੜ੍ਹਦਾ ਹੈ ਤਾਂ ਸਾਹਿਤ ਦੇ ਵਿੱਚ ਮਨੁੱਖੀ ਭਾਵਨਾਵਾਂ ਦੀ ਗੱਲ ਕੀਤੀ ਜਾਂਦੀ ਹੈ। ਮਨੁੱਖ ਦੀਆਂ ਭਾਵਨਾਵਾਂ ਜੇਕਰ ਸਰੋਦੀ ਰੂਪ ਦੇ ਵਿੱਚ ਪੇਸ਼ ਹੋਣ ਤਾਂ ਉਹ ਸਾਹਿਤ ਦਾ ਕਵਿਤਾ ਰੂਪ ਬਣ ਜਾਂਦਾ ਹੈ। ਜੇ ਬਿਰਤਾਂਤਕ ਰੂਪ ਦੇ ਵਿੱਚ ਪੇਸ਼ ਹੋ ਜਾਣ ਤਾਂ ਉਹ ਗਲਪ ਬਣ ਜਾਂਦਾ ਹੈ। ਜੇ ਵਾਰਤਾਲਾਪੀ ਰੂਪ ਦੇ ਵਿੱਚ ਪੇਸ਼ ਹੋ ਜਾਣ ਤਾਂ ਉਹ ਨਾਟਕ ਜਾਂ ਇਕਾਂਗੀ ਬਣ ਜਾਂਦਾ ਹੈ। ਜੇਕਰ ਇਹ ਸਾਰਾ ਕੁਝ ਗਿਆਨ ਪ੍ਰਬੰਧ ਦੇ ਅਧੀਨ ਆ ਜੇ ਤਾਂ ਉਸ ਨੂੰ ਅਸੀਂ ਵਾਰਤਕ ਵਿੱਚ ਰੱਖ ਲੈਂਦੇ ਹਾਂ। ਕਹਿਣ ਤੋਂ ਭਾਵ ਕਿ ਜਿਹੜਾ ਸਾਹਿਤ ਹੈ ਉਹ ਮਨੁੱਖੀ ਭਾਵਨਾਵਾਂ ਨੂੰ ਜਿਸ ਵਿਧੀ ਵਿਧਾਨ ਰਾਹੀਂ, ਜਿਸ ਸ਼ਬਦ ਸਿਰਜਣਾ ਰਾਹੀਂ ਪੇਸ਼ ਕਰਦਾ ਹੈ, ਉਸ ਪ੍ਰਕਾਰ ਹੀ ਸਾਹਿਤ ਦੀ ਪਰਿਭਾਸ਼ਾ ਜਿਹੜੀ ਉਹ ਨਿਸ਼ਚਿਤ ਕੀਤੀ ਜਾਂਦੀ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ। ਮੈਕਸਿਮ ਗੋਰਕੀ ਰੂਸੀ ਨਾਵਲਕਾਰ ਹੈ, ਉਹ ਕਹਿੰਦਾ ਜਿਹੜਾ ਸਾਹਿਤ ਹੈ ਇਹ ਸਮਾਜ ਦਾ ਦਰਪਣ ਹੈ। ਸਮਾਜ ਦੇ ਦਰਪਣ ਤੋਂ ਭਾਵ ਇਹ ਹੁੰਦਾ ਹੈ ਕਿ ਜੋ ਸਮਾਜ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਵਾਪਰਦੀਆਂ ਹੈ, ਸਾਹਿਤ ਉਹਨਾਂ ਨੂੰ ਸ਼ਬਦ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਸ਼ਬਦ ਚਿੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਪੇਸ਼ ਕਰਨ ਲਈ ਕੁਝ ਵਿਸ਼ੇਸ਼ ਸਾਹਿਤ ਦੇ ਤੱਤ ਜਾਂ ਨੇਮ ਵੀ ਹੁੰਦੇ ਹੈ। ਤੱਤ ਦਾ ਬੁਨਿਆਦੀ ਤੌਰ 'ਤੇ ਅਰਥ ਕੀ ਹੁੰਦਾ ਹੈ? ਤੱਥ ਉਹ ਮੂਲ ਸਮੱਗਰੀ ਹੁੰਦੀ ਹੈ ਜਿਸ ਨੂੰ ਅੱਗੇ ਹੋਰ ਘਟਾਇਆ ਨਹੀਂ ਜਾ ਸਕਦਾ। ਕਿਸੇ ਵਸਤੂ ਜਾਂ ਵਰਤਾਰੇ ਨੂੰ ਬਣਾਉਣ ਲਈ ਉਹ ਬੁਨਿਆਦੀ ਆਧਾਰ ਹੁੰਦੇ ਹੈ। ਉਦਾਹਰਨ ਵਜੋਂ ਤੁਹਾਨੂੰ 10ਵੀਂ ਦੇ ਵਿੱਚ ਪੜ੍ਹਾਇਆ ਹੋਊਗਾ, ਵਿਗਿਆਨ ਦਾ ਅਧਿਆਪਕ ਤੁਹਾਨੂੰ ਦੱਸਦਾ ਕਿ H2O ਪਾਣੀ ਜਿਹੜਾ ਦੋ ਤੱਤਾਂ ਤੋਂ ਬਣਿਆ ਹੋਇਆ ਹੈ, 2 ਹਿੱਸੇ ਹਾਈਡਰੋਜਨ, 1 ਹਿੱਸਾ ਆਕਸੀਜਨ। ਇਹਨਾਂ ਵਿੱਚੋਂ ਕਿਸੇ ਵੀ ਤੱਤ ਨੂੰ ਪਾਸੇ ਕਰ ਦਈਏ ਤਾਂ ਉਸ ਵਸਤੂ ਦੀ ਹੋਂਦ ਹੈ ਜਿਹੜੀ ਉਹ ਨਹੀਂ ਰਹਿੰਦੀ। ਇਸ ਪ੍ਰਕਾਰ ਹੀ ਜਿਹੜਾ ਸਾਹਿਤ ਹੈ, ਸਾਹਿਤ ਦੇ ਵਿੱਚ ਵੀ ਭਾਵ, ਕਲਪਨਾ, ਬੁੱਧੀ, ਸ਼ੈਲੀ, ਇਹ ਸਾਰੇ ਤੱਤ ਹੈ ਜਿਹੜੇ ਇਹ ਮਿਲ ਕੇ ਕਿਸੇ ਰਚਨਾ ਨੂੰ ਸਾਹਿਤ ਬਣਾਉਂਦੇ ਹੈ। ਜੇ ਕਿਸੇ ਰਚਨਾ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਸੇ ਵੀ ਪੱਖ ਨੂੰ ਮਨਫੀ ਕਰ ਦਈਏ ਤਾਂ ਉਹ ਰਚਨਾ ਸਾਹਿਤ ਨਹੀਂ ਰਹਿੰਦੀ। ਸਾਹਿਤ ਦਾ ਪ੍ਰਯੋਜਨ ਹੈ, ਜਿਹੜਾ ਉਦੇਸ਼ ਹੈ, ਉਹ ਇਹ ਹੁੰਦਾ ਹੈ ਕਿ ਕਿਸ ਪ੍ਰਕਾਰ ਉਹ 3 ਕਾਲਾਂ ਦੀ ਜਾਣਕਾਰੀ ਸਾਨੂੰ ਦੇਵੇ। ਆਦਿ ਦੇ ਵਿੱਚ ਕੀ ਸੱਚ ਸੀ, ਅੱਜ ਕੀ ਸੱਚ ਹੈ, ਆਉਣ ਵਾਲੇ ਸਮੇਂ ਦਾ ਸੱਚ ਕਿਹੋ ਜਿਹਾ ਹੋਏਗਾ। ਇਹਨੂੰ ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਪ੍ਰਕਾਰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਹਨੂੰ ਸਤਿਅਮ, ਸ਼ਿਵਮ, ਸੁੰਦਰਮ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਪਰਿਭਾਸ਼ਿਤ ਕੀਤਾ ਹੈ। ਦੂਸਰੇ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਭਾਰਤੀ ਕਾਵਿ ਸ਼ਾਸਤਰ ਦੀ ਜਾਣਕਾਰੀ ਦੇਵਾਂਗੇ। ਭਾਰਤੀ ਕਾਵਿ ਸ਼ਾਸਤਰ ਤੋਂ ਮੂਲ ਭਾਵ ਇਹ ਹੈ ਕਿ ਭਾਰਤੀ ਵਿਧੀ ਅਨੁਸਾਰ 2ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ ਭਰਤ ਮੁਨੀ ਤੋਂ ਜਿਹੜਾ ਇੱਕ ਸਾਹਿਤ ਨੂੰ ਸਮਝਣ ਦਾ ਕਾਰਜ ਸ਼ੁਰੂ ਹੋਇਆ ਸੀ, ਉਸ ਨੇ 1500-1600 ਸਾਲਾਂ ਦੇ ਵਿੱਚ ਸਾਹਿਤ ਨੂੰ ਕਿਸ ਪ੍ਰਕਾਰ ਦੇਖਿਆ, ਸਾਹਿਤ ਨੂੰ ਕਿਸ ਪ੍ਰਕਾਰ ਸਮਝਿਆ। ਉਹ ਸਾਹਿਤ ਨੂੰ ਸ਼ਬਦ ਦੇ ਆਧਾਰ 'ਤੇ ਅਤੇ ਸਾਹਿਤ ਨੂੰ ਭਾਵ ਦੇ ਆਧਾਰ 'ਤੇ ਸਮਝਣ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹੈ। ਉਹਨਾਂ ਨੇ ਦੱਸਿਆ ਹੈ ਕਿ ਕਿਸ ਪ੍ਰਕਾਰ ਸਾਹਿਤ ਦਾ ਇੱਕ ਵਿਅਕਤੀ ਉੱਤੇ ਪ੍ਰਭਾਵ ਪੈਂਦਾ ਹੈ। ਤੁਸੀਂ ਸਹਿਜ ਰੂਪ ਦੇ ਵਿੱਚ ਹੀ ਸਾਰੇ ਵਿਦਿਆਰਥੀ ਕਦੇ ਨਾ ਕਦੇ ਅਕਸਰ ਇੱਕ ਦੂਸਰੇ ਨੂੰ ਕਹਿੰਦੇ ਹੋਵੋਗੇ ਕਿ ਅੱਜ ਮੇਰਾ ਮੂਡ ਠੀਕ ਨਹੀਂ। ਉਹ ਮੂਡ ਕੀ ਹੁੰਦਾ ਹੈ? ਉਹਨੂੰ ਸਾਹਿਤ ਦੀ ਭਾਸ਼ਾ ਦੇ ਵਿੱਚ ਰਸ ਕਿਹਾ ਜਾਂਦਾ ਹੈ। ਕਿਸੇ ਰਚਨਾ ਨੂੰ ਪੜ੍ਹ ਕੇ ਤੁਹਾਡਾ ਮਨ ਖੁਸ਼ ਹੁੰਦਾ ਹੈ, ਕਿਸੇ ਰਚਨਾ ਨੂੰ ਪੜ੍ਹ ਕੇ ਜਾਂ ਨਾਵਲ ਨਾਟਕ ਨੂੰ ਸਮਝ ਕੇ ਜਾਂ ਕਿਸੇ ਫਿਲਮ ਨੂੰ ਦੇਖ ਕੇ ਤੁਹਾਡਾ ਮਨ ਉਦਾਸ ਹੁੰਦਾ ਹੈ। ਇਸ ਸਾਰੇ ਨੂੰ ਸਾਹਿਤ ਦੀ ਭਾਸ਼ਾ ਦੇ ਵਿੱਚ ਰਸ ਕਿਹਾ ਜਾਂਦਾ ਹੈ। ਜਦੋਂ ਕਿਸੇ ਨੂੰ ਤੁਸੀਂ ਸ਼ਬਦ ਬੋਲਦੇ ਹੋ
ਤਾਂ ਕਈ ਵਾਰੀ ਕਿਹਾ ਜਾਂਦਾ ਹੈ ਕਿ ਮੇਰੇ ਸ਼ਬਦ ਨੂੰ ਤੁਸੀਂ ਗਲਤ ਸਮਝ ਗਏ, ਮੇਰਾ ਕਹਿਣ ਤੋਂ ਭਾਵ ਇਹ ਨਹੀਂ ਸੀ। ਤੁਹਾਡੇ ਸ਼ਬਦ ਨੂੰ ਸਹੀ ਰੂਪ ਦੇ ਵਿੱਚ ਕਿਵੇਂ ਸਮਝਿਆ ਜਾਵੇ, ਕਿਵੇਂ ਪੇਸ਼ ਕੀਤਾ ਜਾਵੇ, ਇਸ ਨੂੰ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ ਅਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਧਵਨੀ ਸਿਧਾਂਤ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦਾ ਹੈ। ਇਹਨਾਂ ਸਾਰੇ ਪੱਖਾਂ ਬਾਰੇ ਜਾਣਕਾਰੀ ਤੁਹਾਡੀ ਪਾਠ ਸਮੱਗਰੀ ਦੇ ਵਿੱਚ, ਤੁਹਾਡੇ ਲੈਸਨ ਦੇ ਰੂਪ ਦੇ ਵਿੱਚ ਆਨਲਾਈਨ ਪਈ ਹੋਈ ਤੁਹਾਨੂੰ ਮਿਲੇਗੀ, ਜਿੱਥੋਂ ਪੜ੍ਹ ਕੇ ਤੁਸੀਂ ਇਹਨਾਂ ਸਾਰਿਆਂ ਬਾਰੇ ਗਿਆਨ ਹਾਸਲ ਕਰ ਸਕਦੇ ਹੋ। ਜਿਹੜਾ ਤੁਹਾਡੇ ਇਸ ਪੇਪਰ ਦਾ ਦੂਸਰਾ ਖੰਡ ਹੈ, ਭਾਗ ਆੜਾ, ਉਸ 'ਚ ਗੁਰਮੁਖੀ ਲਿਪੀ ਦੇ ਇਤਿਹਾਸ ਬਾਰੇ ਗੱਲ ਕੀਤੀ ਜਾਂਦੀ ਹੈ। ਗੁਰਮੁਖੀ ਲਿਪੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਲਿਪੀ ਉਹ ਵਿਸ਼ੇਸ਼ ਕਿਸਮ ਦਾ ਵਿਗਿਆਨ, ਵਿਧੀ ਜਾਂ ਵਰਤਾਰਾ ਹੁੰਦਾ ਹੈ ਜਿਸ ਦੇ ਵਿੱਚ ਸਾਡੇ ਬੋਲੇ ਗਏ ਬੋਲਾਂ ਨੂੰ, ਜਿਹੜੇ ਹਵਾ ਦੇ ਮਾਧਿਅਮ ਰਾਹੀਂ ਸਾਡੀ ਜ਼ੁਬਾਨ ਦੇ ਵਿੱਚੋਂ ਨਿਕਲਦੇ ਹੈ, ਉਹਨਾਂ ਨੂੰ ਅਸੀਂ ਜਦੋਂ ਸਟੋਰ ਕਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ। ਲਿਪੀ ਉਹ ਲਕੀਰਾਂ ਦਾ ਵਿਗਿਆਨਕ ਆਧਾਰ ਹੈ ਜਿਸ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਂ ਆਪਣੇ ਸਾਥੀਆਂ ਲਈ ਸੁਨੇਹੇ ਦੇ ਤੌਰ ਤੇ, ਸਾਂਭਣ ਦੇ ਤੌਰ ਤੇ ਆਪਣੇ ਵਿਚਾਰਾਂ ਨੂੰ ਪੁਸਤਕ ਦੇ ਵਿੱਚ ਸੰਗ੍ਰਹਿ ਕਰਨ ਦੀ ਵਿਧੀ ਨੂੰ ਵਰਤਦੇ ਹਾਂ। ਜਿਹੜੀ ਗੁਰਮੁਖੀ ਲਿਪੀ ਹੈ, ਇਸ ਦੀ ਜਿਹੜੀ ਹੋਂਦ ਹੈ ਉਸਨੇ ਕਿਵੇਂ ਆਪਣੇ ਆਪ ਨੂੰ ਗ੍ਰਹਿਣ ਕੀਤਾ। ਗੁਰੂ ਨਾਨਕ ਸਾਹਿਬ ਨੇ ਲੰਡਿਆਂ ਦੇ ਵਿੱਚ ਕਿਸ ਪ੍ਰਕਾਰ ਆਪਣੀਆਂ ਪੋਥੀਆਂ ਰਚੀਆਂ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਕਿਸ ਪ੍ਰਕਾਰ ਜਿਹੜੇ ਸਾਡੇ ਲੰਡੇ ਸੀ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਪੜ੍ਹਨ ਲਈ ਉਹਨਾਂ ਦੇ ਲਗਾ ਮਾਤਰਾਵਾਂ ਲਗਾਈਆਂ, ਤੇ 1604 ਦੇ ਵਿੱਚ ਇੱਕ ਸੰਪੂਰਨ ਲਿਪੀ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ, ਉਸ ਦੇ ਵਿੱਚ ਇੱਕ ਵੱਡ ਆਕਾਰੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਹੋਈ, ਜੋ ਸਾਡੇ ਕੋਲੇ ਲਿਪੀ ਦਾ ਸਭ ਤੋਂ ਪ੍ਰਮਾਣਿਕ ਸਰੋਤ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ। ਇਸੇ ਪ੍ਰਕਾਰ ਇਸੇ ਦੂਜੇ ਹਿੱਸੇ ਵਿੱਚ ਤੁਹਾਨੂੰ ਸ਼ਬਦ ਜੋੜਾਂ ਬਾਰੇ ਦੱਸਾਂਗੇ। ਸ਼ਬਦ ਜੋੜ ਪੰਜਾਬੀ ਦੇ ਵਿੱਚ ਕਿਸ ਪ੍ਰਕਾਰ ਬਣਦੇ ਹੈ, ਕਿਸ ਸ਼ਬਦ ਨੂੰ ਦੂਸਰੇ ਸ਼ਬਦ ਨਾਲ ਜੋੜੀਏ ਤਾਂ ਉਸ ਦੇ ਅਰਥ ਹੈ ਜਿਹੜੇ ਉਹ ਤਬਦੀਲ ਹੋ ਜਾਂਦੇ ਹੈ। ਫਾਰਸੀ ਦੇ ਵਿੱਚੋਂ ਸ਼ਬਦ ਅਸੀਂ ਅਦਬ ਲਿਆ ਹੋਇਆ ਹੈ, ਜੇ ਉਹਦੇ ਮੂਹਰੇ ਬਾ ਅਗੇਤਰ ਲਾ ਦਈਏ, ਬਾ ਅਦਬ ਦਾ ਮਤਲਬ ਇਹ ਹੈ ਕਿ ਅਦਬੀ ਵਿਅਕਤੀ, ਜੇ ਉਹਦੇ ਮੂਹਰੇ ਬੇ ਲਾ ਦਈਏ, ਬੇਅਦਬ ਤਾਂ ਮਤਲਬ ਉਹਦੇ ਅਰਥ ਨੈਗੇਟਿਵ ਹੋ ਜਾਂਦੇ ਹੈ। ਇਸ ਪ੍ਰਕਾਰ ਹੀ ਸਹਿਜ, ਅਸਹਿਜ, ਆੜਾ ਅਗੇਤਰ ਲਾ ਕੇ ਅਰਥ ਨੈਗੇਟਿਵ ਕਿਵੇਂ ਹੋ ਜਾਂਦੇ ਹੈ। ਸ਼ਬਦ ਦੀਆਂ ਬਹੁਤ ਸਾਰੀਆਂ ਵਿਧੀਆਂ, ਸ਼ਬਦ ਤੋਂ ਬਾਅਦ ਅਸੀਂ ਵਾਕ ਕਿਵੇਂ ਬਣਾਉਣੇ ਹੈ, ਸ਼ਬਦਾਂ ਦਾ ਵਾਕ ਦੇ ਵਿੱਚ ਸਥਾਨ ਕੀ ਹੋਵੇ, ਕਾਲ ਦੇ ਹਿਸਾਬ ਨਾਲ, ਲਿੰਗ ਦੇ ਹਿਸਾਬ ਨਾਲ ਸ਼ਬਦ ਕਿਵੇਂ ਬਦਲਦੇ ਆ, ਬਹੁਵਚਨ ਕਿਵੇਂ ਬਣਦੇ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸ਼ਬਦ ਸੰਸਾਰ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਪਾਠ ਦੇ ਵਿੱਚ ਇਹਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਸਾਰੇ ਵਿਦਿਆਰਥੀ ਇਹਨਾਂ ਸਾਰੇ ਵਰਤਾਰਿਆਂ ਨੂੰ ਪੜ੍ਹ ਕੇ ਆਉਣਗੇ। ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਨੇੜੇ ਦੀ ਕਿਸੇ ਲਾਇਬ੍ਰੇਰੀ ਦੇ ਵਿੱਚੋਂ ਦੁਨੀ ਚੰਦਰ ਦਾ ਪੰਜਾਬੀ ਵਿਆਕਰਨ ਮਿਲਦਾ ਹੋਵੇ ਪੜ੍ਹਨ ਨੂੰ, ਉਸ ਦੇ ਵਿੱਚ ਵਿਆਕਰਨ ਦੀਆਂ ਸ਼ਬਦੀ ਇਕਾਈਆਂ ਬਾਰੇ ਬਹੁਤ ਬਾਰੀਕੀ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਗ ਆੜਾ ਦਾ ਚੌਥਾ ਹਿੱਸਾ ਹੈ, ਇਸ ਦੇ ਵਿੱਚ ਸ਼ਬਦ ਜੋੜਾਂ ਬਾਰੇ ਗੱਲ ਕੀਤੀ ਗਈ ਹੈ। ਸ਼ਬਦ ਜੋੜਾਂ ਤੋਂ ਭਾਵ ਇਹ ਹੁੰਦਾ ਹੈ ਕਿ ਅਸੀਂ ਬਹੁਤ ਵਾਰੀ ਸ਼ਬਦ ਜਦੋਂ ਲਿਖਦੇ ਹਾਂ, ਉਸ ਸ਼ਬਦ ਦੇ ਲੱਗੇ ਹੋਏ ਲਗਾ ਮਾਤਰਾਵਾਂ ਨੂੰ ਠੀਕ ਰੂਪ ਦੇ ਵਿੱਚ ਨਹੀਂ ਦੇਖਦੇ। ਫਾਰ ਐਗਜ਼ਾਮਪਲ ਅਸੀਂ ਸਮਾਜਿਕ, ਸਾਮਾਜਿਕ, ਸਮਾਜਿਕ, ਇਹਨੂੰ 3-4 ਤਰ੍ਹਾਂ ਲਿਖ ਦਿੰਦੇ ਹਾਂ। ਕਿਹੜਾ ਲਿਖਿਆ ਸਹੀ ਹੈ, ਕਿਹੜਾ ਲਿਖਿਆ ਗਲਤ ਹੈ, ਸ਼ਬਦ ਜੋੜ ਦੇ ਨੇਮ ਕੀ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਹੀ ਸ਼ਬਦ ਕਿਹੜੇ ਹੈ, ਇਸ ਦੇ ਬਾਰੇ ਇੱਕ ਤੋਂ ਵੱਧ ਕਿਸਮ ਦੇ ਵਿਚਾਰ ਹੈ ਜਿਹੜੇ ਉਹ ਸਾਨੂੰ ਮਿਲਦੇ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਉਦਮ ਕੀਤਾ ਕਿ ਸ਼ਬਦਾਂ ਦੇ ਜੋੜਾਂ ਨੂੰ ਕਿਸ ਪ੍ਰਕਾਰ ਸਹੀ ਮੰਨਿਆ ਜਾਵੇ। ਇਸ ਲਈ ਉਹਨਾਂ ਨੇ ਇੱਕ ਕੋਸ਼ ਜਾਂ ਗ੍ਰੰਥ ਦੀ ਤਿਆਰੀ ਕਰੀ ਜਿਹਨੂੰ ਸ਼ਬਦ ਜੋੜ ਕੋਸ਼ ਕਿਹਾ ਜਾਂਦਾ ਹੈ। ਸ਼ਬਦ ਜੋੜ ਕੋਸ਼ ਨੂੰ ਸਰਦਾਰ ਹਰਕੀਰਤ ਸਿੰਘ ਹੋਣਾ ਨੇ ਸੰਪਾਦਿਤ ਕਰਵਾਇਆ, ਬਣਾਇਆ। ਉਹ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਹੈ, ਜਿਸ ਦੇ ਵਿੱਚ ਸਾਨੂੰ ਸ਼ਬਦਾਂ ਦੀ ਜਾਣਕਾਰੀ ਮਿਲਦੀ ਹੈ। ਮੇਰੀ ਇਹ ਸਾਰੀ ਗੱਲਬਾਤ ਤੁਹਾਡੇ ਸਿਲੇਬਸ ਦੇ ਇਸ ਪੇਪਰ ਤੇ ਪੰਛੀ ਝਾਤ ਤੋਂ ਮਤਲਬ ਸਿਰਫ ਇੰਨਾ ਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਦੱਸੀਏ ਕਿ ਉਹਨਾਂ ਨੇ ਕੀ ਪੜ੍ਹਨਾ ਹੈ ਅਤੇ ਕਿਵੇਂ ਪੜ੍ਹਨਾ ਹੈ। ਜੋ ਉਹਨਾਂ ਨੇ ਪੜ੍ਹਨਾ ਹੈ ਉਹ ਪਾਠ ਦੇ ਵਿੱਚ ਦਿੱਤਾ ਹੋਇਆ ਹੈ। ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀ ਇਸ ਪਾਠ ਨੂੰ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣਗੇ। ਜੋ ਵੀ ਉਹਨਾਂ ਦੇ ਮਨ ਦੇ ਵਿੱਚ ਪ੍ਰਸ਼ਨ ਉਤਪੰਨ ਹੁੰਦੇ ਹੈ, ਕਿਸੇ ਹਿੱਸੇ ਬਾਰੇ ਉਹਨਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਉਸ ਸਾਰੀ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਜਦੋਂ ਵੀ ਉਹ ਅਧਿਆਪਕ ਦੇ ਸੰਪਰਕ ਵਿੱਚ ਆਉਂਦੇ ਹੈ, PCP ਲਗਾਉਂਦੇ ਹੈ, ਈਮੇਲ ਰਾਹੀਂ,
WhatsApp ਦੇ ਗਰੁੱਪ ਰਾਹੀਂ ਕੋਈ ਵੀ ਜਾਣਕਾਰੀ ਜਦੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਅਧਿਆਪਕ ਉਹਨਾਂ ਨੂੰ ਹਮੇਸ਼ਾ ਜੀ ਆਇਆਂ ਕਹਿਣਗੇ। ਇਹਨਾਂ ਸ਼ਬਦਾਂ ਨਾਲ ਮੈਂ ਵਿਦਿਆਰਥੀਆਂ ਨੂੰ ਜੀ ਆਇਆਂ ਵੀ ਕਹਿਣਾ ਹੈ। ਉਹਨਾਂ ਦਾ ਡਿਸਟੈਂਸ ਐਜੂਕੇਸ਼ਨ ਦੀ ਗਿਆਨੀ ਦੇ ਕੋਰਸ ਵਿੱਚ ਦਾਖਲਾ ਲੈਣ ਤੇ ਧੰਨਵਾਦ ਵੀ ਕਰਦਾ। ਸਤਿ ਸ੍ਰੀ ਅਕਾਲ।